ਸਮੇਂ ਨਾਲ ਸੰਬੰਧਿਤ ਬਾਣੀਆਂ ਨੇ। ਜਿਹੜੀ ਅਸੀਂ ਸਮੇਂ ਦੀ ਵੰਡ ਕੀਤੀ ਹੈ ਨਾ, ਬਾਣੀ 'ਚ ਦਿਨ ਰਹਿਣ ਦੀ ਬਾਣੀ ਹੈ। ਦਿਨ ਰਹਿਣ ਗੁਰਬਾਣੀ ਅੰਦਰ ਸੁਦੀ ਵਦੀ ਥਿੱਤਾਂ ਦਾ ਜ਼ਿਕਰ ਆਉਂਦਾ ਹੈ, ਪਹਿਰਿਆਂ ਦਾ ਜ਼ਿਕਰ ਆਉਂਦਾ ਹੈ, ਮਹੀਨਿਆਂ ਦਾ ਜ਼ਿਕਰ ਆਉਂਦਾ ਹੈ, ਸਾਲਾਂ ਦਾ ਜ਼ਿਕਰ ਆਉਂਦਾ ਹੈ, ਯੁੱਗਾਂ ਦਾ ਜ਼ਿਕਰ ਆਉਂਦਾ ਹੈ। ਛੋਟੀ ਇਕਾਈ ਤੋਂ ਲੈ ਕੇ ਵੱਡੀ ਇਕਾਈ ਤੱਕ ਪੁਰਾਣੇ ਆਪਣੇ ਬਜ਼ੁਰਗ ਸਮਾਂ ਜਦੋਂ ਮਾਪਦੇ ਸਨ, ਉਸੀਂ ਵਿਸਵੇ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ। ਸਮਾਂ ਅੱਜ ਵਰਗੇ ਸਾਧਨ ਨਹੀਂ ਸੀ, ਤੋ ਅੱਖ ਦਾ 15 ਵਾਰ ਸੁਭਾਵਿਕ ਤੌਰ 'ਤੇ ਝਮਕਣਾ, ਇਹਨੂੰ ਇੱਕ ਵਿਸ਼ਾ ਕਿਹਾ ਜਾਂਦਾ ਸੀ। ਇੱਕ ਵਿਸ਼ਾ। ਇਸੇ ਤਰ੍ਹਾਂ 15 ਵਿਸ਼ਿਆਂ ਦਾ ਇੱਕ ਚੱਸਾ ਹੈ, 30 ਚੱਸਿਆਂ ਦਾ ਇੱਕ ਪਲ ਹੈ, 60 ਪਲ ਦੀ ਇੱਕ ਘੜੀ ਹੈ, 7.5 ਘੜੀਆਂ ਦਾ ਇੱਕ ਪਹਿਰ ਹੈ, 4 ਪਹਿਰ ਦਾ ਦਿਨ, 4 ਪਹਿਰ ਦੀ ਰਾਤ। ਇਸ ਰੂਪ ਦੇ ਅੰਦਰ ਸਮੇਂ ਦੀ ਵੰਡ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਇਆ ਹੈ। ਤੋ ਸਤਿਗੁਰੂ 12 ਮਾਹਾਂ ਨੂੰ ਫਲਗੁਣ ਮਹੀਨੇ ਨੂੰ ਸਾਹਮਣੇ ਰੱਖ ਕੇ ਸਾਨੂੰ ਸੋਝੀ ਦੇ ਰਹੇ ਨੇ। ਆਓ ਆਪਾਂ ਉਸ ਦੀ ਵਿਚਾਰ ਸਾਂਝੀ ਕਰੀਏ ਪਿਆਰ ਸ਼ਰਧਾ ਵੈਰਾਗ ਨਾਲ। ਸਾਰੇ ਇੱਕ ਵਾਰ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 136 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਇਸ ਬਾਣੀ ਦੇ ਰਚਨਹਾਰ ਨੇ ਗੁਰੂ ਅਰਜੁਨ ਦੇਵ ਜੀ। 12 ਮਾਹਾਂ ਮਾਝ ਰਾਗ ਅੰਦਰ ਬਾਣੀ ਦਾ ਇਹ 13ਵਾਂ ਤੇ 14ਵਾਂ ਬੰਦ ਹੈ। ਤੋ ਸਤਿਗੁਰ ਆਖਦੇ ਨੇ, ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਗੁਰਦੇਵ ਕਹਿੰਦੇ ਹੁਣ ਜੀਵਨ 'ਚ ਆਨੰਦ ਪ੍ਰਗਟ ਹੋ ਗਿਆ। ਜਿੰਨਾ ਚਿਰ ਤੱਕ ਕੋਈ ਚੀਜ਼ ਪ੍ਰਗਟ ਨਹੀਂ ਨਾ ਹੁੰਦੀ, ਅਸੀਂ ਉਹਦਾ ਪੂਰਨ ਲਾਹਾ ਨਹੀਂ ਲੈ ਸਕਦੇ। ਭਾਵੇਂ ਚੀਜ਼ ਹੈ, ਭਾਵੇਂ ਧਰਤੀ 'ਚ ਪਾਣੀ ਹੈ, ਜਿੰਨਾ ਚਿਰ ਤੱਕ ਅਸੀਂ ਉਹਨੂੰ ਪ੍ਰਗਟ ਨਹੀਂ ਕਰਦੇ, ਸਾਡੀ ਪਿਆਸ ਨਹੀਂ ਬੁਝਦੀ। ਕੱਲਾ ਇਹ ਕਹਿਣ ਨਾਲ ਸਾਡੀ ਪਿਆਸ ਨਹੀਂ ਬੁਝਣੀ ਧਰਤੀ 'ਚ ਪਾਣੀ ਹੈ, ਪਾਣੀ ਹੈ, ਜਿੰਨਾ ਚਿਰ ਤੱਕ ਉਸ ਨੂੰ ਪ੍ਰਗਟ ਨਹੀਂ ਕਰਦੇ। ਇਕੱਲਾ ਇਹ ਕਹਿਣ ਨਾਲ ਸਾਨੂੰ ਨਿੱਘ ਨਹੀਂ ਮਿਲ ਜਾਣਾ ਵੀ ਲੱਕੜ ਦੇ ਵਿੱਚ ਅੱਗ ਹੈ, ਲੱਕੜ ਦੇ ਵਿੱਚ ਅੱਗ ਹੈ ਜ਼ਰੂਰ, ਪਰ ਉਹਦਾ ਅਸੀਂ ਫਾਇਦਾ ਉਦੋਂ ਹੀ ਲੈ ਸਕਦੇ ਹਾਂ ਜਦੋਂ ਉਹ ਅੱਗ ਪ੍ਰਗਟ ਹੋਏਗੀ। ਮੇਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ ਬਾਣੀ ਅੰਦਰ, ਇਸੇ ਰੂਪ ਅੰਦਰ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਕੀਆ। ਦੁੱਧ ਵਿੱਚ ਘਿਓ ਹੈ। ਜੇ ਉਹਦੇ ਤੋਂ ਕੋਈ ਮਿਸ਼ਟਾਨ ਬਣਾਉਣਾ ਹੈ, ਕੜਾਹ ਪ੍ਰਸ਼ਾਦ ਬਣਾਉਣਾ ਹੈ, ਉਸ ਘਿਓ ਨੂੰ ਪ੍ਰਗਟ ਕਰਨਾ ਪੜੇਗਾ। ਤੋ ਜਿੰਨਾ ਚਿਰ ਤੱਕ ਕੋਈ ਚੀਜ਼ ਪ੍ਰਗਟ ਨਹੀਂ ਕੀਤੀ ਜਾਂਦੀ, ਉਹਦਾ ਅਸੀਂ ਲਾਹਾ ਨਹੀਂ ਲੈ ਸਕਦੇ। ਇਸੇ ਤਰ੍ਹਾਂ ਕਹੀ ਜਾ ਰਹੇ ਆਪਾਂ ਅੰਦਰ ਰੱਬ ਹੈ, ਰੱਬ ਹੈ, ਸਾਰੇ ਕਹਿ ਰਹੇ ਹਾਂ, ਪਰ ਜਿੰਨਾ ਚਿਰ ਤੱਕ ਸਾਡੇ ਸੁਭਾਅ 'ਚੋਂ, ਸਾਡੇ ਕਰਮਾਂ 'ਚੋਂ, ਸਾਡੇ ਜੀਵਨ 'ਚੋਂ ਉਹਦਾ ਪ੍ਰਗਟਾਵਾ ਨਹੀਂ ਹੁੰਦਾ, ਉਹ ਕਹਿਣ ਨਾਲ ਕੁਝ ਨਹੀਂ ਹੋਣ ਜਾਣਾ। ਮੇਰੇ ਵਰਗਿਆਂ ਨੇ ਠੇਕਾ ਹੀ ਲਿਆ ਹੋਇਆ ਦੂਜਿਆਂ ਨੂੰ ਉਪਦੇਸ਼ ਕਰਨ ਦਾ, ਕਹੀ ਜਾ ਰਹੇ ਹਾਂ। ਗੱਲ ਕਹਿਣ ਦੀ ਨਹੀਂ ਹੁੰਦੀ, ਇਕੱਲੀ ਗੱਲ ਮਹਿਸੂਸ ਕਰਨ ਦੀ ਹੈ, ਉਸ ਨੂੰ ਮੰਨਣ ਦੀ ਹੈ। ਸੋ ਕਹਿ ਰਹੇ ਹਾਂ ਰੱਬ ਹੈ, ਸ਼ਬਦਾਂ ਵਿੱਚ ਰੱਬ ਹੈ, ਰੱਬ ਹੈ, ਫਿਰ ਮਹਿਸੂਸ ਕਿਉਂ ਨਹੀਂ ਕਰਦੇ? ਜੇ ਸਭਨਾਂ 'ਚ ਰੱਬ ਹੈ, ਮਾਂ ਵਿੱਚ ਰੱਬ ਕਿਉਂ ਨਹੀਂ ਮਹਿਸੂਸ ਹੁੰਦਾ? ਘਰ ਦੇ ਬਜ਼ੁਰਗ ਦੇ ਵਿੱਚ ਰੱਬ ਕਿਉਂ ਨਹੀਂ ਮਹਿਸੂਸ ਹੁੰਦਾ? ਕਿਸੇ ਪੜੋਸੀ ਦੇ ਵਿੱਚ ਰੱਬ ਕਿਉਂ ਨਹੀਂ ਮਹਿਸੂਸ ਹੁੰਦਾ? ਜਿਨ੍ਹਾਂ ਨੂੰ ਮਹਿਸੂਸ ਹੋਇਆ ਉਹਨਾਂ ਨੇ ਸੇਵਾ ਕੀਤੀ, ਉਹਨਾਂ ਨੇ ਪਰਉਪਕਾਰ ਕੀਤੇ, ਉਹਨਾਂ ਨੇ ਮਾਨਵਤਾ ਦਾ ਭਲਾ ਕੀਤਾ। ਤੋ ਲਾਹਾ ਉਦੋਂ ਹੀ ਹੈ ਜਦੋਂ ਕਿਸੇ ਚੀਜ਼ ਨੂੰ ਅਸੀਂ ਪ੍ਰਗਟ ਕਰਦੇ ਹਾਂ। ਸਾਡੇ ਅੰਦਰ ਸੁੱਖ ਅੰਦਰ ਹੀ ਹੈ, ਪਰ ਲਾਹਾ ਉਦੋਂ ਹੈ ਜਦੋਂ ਪ੍ਰਗਟ ਕਰਾਂਗੇ।
ਬਾਹਰ ਨਹੀਂ ਹੈ ਸੁੱਖ, ਕੋਈ ਫੌਰਨ ਦੀ ਘਟਨਾ ਨਹੀਂ ਹੈ ਬਾਹਰ ਤੋਂ ਮਿਲੇਗਾ ਸਾਨੂੰ, ਜੀਵਨ ਚੋਂ ਦਾ ਪ੍ਰਗਟਾਵਾ ਹੋਏਗਾ। ਆਨੰਦ ਦਾ ਪ੍ਰਗਟਾਵਾ ਜੀਵਨ ਚੋਂ ਹੋਣਾ ਹੈ। ਤੋ ਜਿੰਨਾ ਚਿਰ ਤੱਕ ਉਹਦਾ ਪ੍ਰਗਟਾਵਾ ਨਹੀਂ, ਅਸੀਂ ਲਾਹਾ ਨਹੀਂ ਲੈ ਸਕਦੇ। ਤੋ ਗੁਰੂ ਅਰਜਨ ਦੇਵ ਜੀ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਹੈ ਫਲਗੁਣ ਮਹੀਨੇ ਰਾਹੀਂ। ਵੈਸੇ ਫਲਗੁਣ ਦੇ ਅਰਥ ਕੀਤੇ ਨੇ ਗੁਣਾਂ ਦਾ ਫਲ। ਸਾਨੂੰ ਜ਼ਿੰਦਗੀ 'ਚ ਕੁਝ ਵੀ ਮਿਲਦਾ ਹੈ ਨਾ, ਆਨੰਦ ਮਿਲਿਆ, ਸੁੱਖ ਮਿਲਿਆ, ਉਹ ਗੁਣਾਂ ਦਾ ਫਲ ਮਿਲਦਾ। ਜੋ ਕੁਝ ਵੀ ਹੈ ਗੁਣਾਂ ਦਾ ਫਲ ਹੈ ਆਨੰਦ, ਗੁਣਾਂ ਦਾ ਫਲ ਹੈ ਮਿਲਾਪ। ਇਹ ਗੁਣਾਂ ਦਾ ਹੀ ਫਲ ਹੈ। ਜੇ ਜੀਵਨ 'ਚ ਗੁਣ ਹੀ ਨਹੀਂ, ਫਲ ਕਿੱਥੋਂ ਮਿਲੇਗਾ? ਜੇ ਕਿਸੇ ਬੱਚੇ ਨੇ ਪੜ੍ਹਾਈ ਨਹੀਂ ਕੀਤੀ, ਉਹ ਡਾਕਟਰ ਵੀ ਕਿੱਥੋਂ ਬਣੇਗਾ, ਲਾਇਰ ਵੀ ਕਿੱਥੋਂ ਬਣੇਗਾ? ਫਲ ਤਾਂ ਹੀ ਹੈ ਨਾ ਜੇ ਜੀਵਨ 'ਚ ਕੋਈ ਕਾਲਣਾ ਹੈ, ਕੋਈ ਮੁਸ਼ੱਕਤ ਹੈ, ਕੋਈ ਸਾਧਨਾ ਹੈ। ਸੋ ਜੀਵਨ ਵਿੱਚ ਗੁਣਾਂ ਦਾ ਫਲ ਬੜਾ ਵੱਡਾ ਹੈ। ਗੁਰੂਦੇਵ ਕਹਿੰਦੇ ਮਿਲਾਪ ਹੋ ਗਿਆ, ਆਨੰਦ ਆ ਗਿਆ। ਫਲ ਗੁਣ ਆਨੰਦ ਉਪਾਰਜਣਾ। ਉਪਾਰਜਣਾ ਦਾ ਅਰਥ ਹੈ ਪ੍ਰਗਟ ਹੋਏ ਜੀਵਨ ਦੇ ਵਿੱਚੋਂ। ਮਾਲਕ ਪ੍ਰਗਟ ਹੋਏਗਾ ਸਾਡੇ ਚੋਂ ਜੇ ਅਸੀਂ ਮਾਲਕ ਵਾਹਿਗੁਰੂ ਦਾ ਸਬੂਤ ਨਹੀਂ ਨਾ ਬਣੇ, ਦੂਜਾ ਸਬੂਤ ਨਹੀਂ ਬਣ ਸਕਦਾ। ਪਰਮਾਤਮਾ ਦੀ ਹੋਂਦ ਦਾ ਸਬੂਤ ਕੌਣ ਹੈ ਸਾਡੇ ਵਾਸਤੇ? ਅਸੀਂ ਹਾਂ। ਸਾਡਾ ਹੋਣਾ ਹੀ ਉਹਦੇ ਹੋਣ ਦਾ ਸਬੂਤ ਹੈ। ਸਭ ਤੋਂ ਵੱਡਾ ਸਬੂਤ ਹੈ ਹੀ ਉਹ, ਸਾਡਾ ਹੋਣਾ ਉਹਦਾ ਹੋਣਾ ਹੈ। ਤੋ ਰੱਬ ਦਾ ਸਬੂਤ ਆਪਾਂ ਦੂਜੇ ਥਾਵਾਂ ਤੋਂ ਨਾ ਲੱਭੀਏ, ਬਾਹਰੋਂ ਲੋਕਾਂ ਕੋਲੋਂ ਨਾ ਲੱਭੀਏ, ਆਪਣੇ ਜੀਵਨ 'ਚੋਂ ਲੱਭੀਏ। ਨਾਸਤਕ ਤੇ ਆਸਤਕ ਦਾ ਫਰਕ ਇਹੀ ਹੈ। ਆਸਤਕ ਉਹ ਹੈ ਜੋ ਆਪ ਸਬੂਤ ਬਣਦਾ। ਮਹਾਤਮਾ ਬੁੱਧ ਸਬੂਤ ਬਣੇ ਨੇ, ਗੁਰੂ ਨਾਨਕ ਸਬੂਤ ਬਣੇ ਨੇ। ਰੱਬ ਦਾ ਜਿੰਦੀ ਜਾਗਦੀ ਉਦਾਹਰਣ ਹੈ ਗੁਰੂ ਨਾਨਕ। ਭਗਤ ਕਬੀਰ ਰੱਬ ਦੇ ਸਬੂਤ ਬਣੇ ਨੇ। ਭਗਤ ਰਵਿਦਾਸ ਜੀ ਨੇ ਬੋਲ ਕਹੇ ਨੇ ਬਾਣੀ 'ਚ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਿਸੇ ਨੇ ਕਿਹਾ ਸੀ ਰਵਿਦਾਸ ਦੱਸ ਕਿਹੜਾ ਭਗਵਾਨ ਹੈ ਤੇਰਾ? ਭਗਤ ਜੀ ਕਹਿਣ ਲੱਗੇ ਮੇਰਾ ਭਗਵਾਨ ਮੇਰੇ ਤੋਂ ਵੱਖਰਾ ਨਹੀਂ ਹੈ। ਸਾਡਾ ਤੇ ਕਈ ਵਾਰ ਸੰਗਰਾਂਦ ਨੂੰ ਅਸੀਂ ਆਉਂਦੇ ਹਾਂ, ਬਾਹਰੀ ਮੰਦਰ ਮਸਜਿਦਾਂ 'ਚ ਬੈਠਾ ਹੋਏਗਾ। ਗੁਰਬਾਣੀ ਐਸਾ ਨਹੀਂ ਮੰਨਦੀ ਰੱਬ ਗੁਰਦੁਆਰੇ ਹੀ ਬੈਠਾ, ਮਾਫ ਕਰਨ। ਠੀਕ ਹੈ, ਇੱਥੇ ਬੋਧ ਲੈਣਾ ਅਸੀਂ। ਜੀਵਨ ਵਿੱਚੋਂ ਪ੍ਰਗਟਾਵਾ ਹੋਣਾ ਸੰਗਤ ਵਿੱਚ ਬੈਠ ਕੇ। ਇੱਥੋਂ ਉਸ ਨੂੰ ਉਪਾਰਜਨਾ ਦੀ ਸਾਨੂੰ ਸੋਝੀ ਮਿਲਣੀ ਹੈ। ਰੱਬ ਦੇ ਪਿਆਰੇ ਆਪ ਸਬੂਤ ਬਣੇ ਨੇ ਪਰਮਾਤਮਾ। ਭਗਤ ਰਵਿਦਾਸ ਜੀ ਨੂੰ ਕਿਹਾ ਸੀ ਤੇਰਾ ਰੱਬ? ਭਗਤ ਜੀ ਕਹਿੰਦੇ ਮੇਰੇ ਤੋਂ ਵੱਖਰਾ ਨਹੀਂ ਹੈ। ਕਿਵੇਂ ਵੱਖਰਾ ਨਹੀਂ ਹੈ ਤੇਰੇ ਤੋਂ? ਤੂੰ ਤੇ ਚਮਾਰ ਹੈ। ਭਗਤ ਜੀ ਕਹਿੰਦੇ ਜਿਵੇਂ ਸੋਨਾ ਸੋਨੇ ਦਾ ਗਹਿਣਾ ਵੱਖਰੇ ਨਹੀਂ ਹੈ, ਗੁਣਾ ਕਰਕੇ ਕੁਆਲਿਟੀ ਕਰਕੇ ਵੱਖਰੇ ਨਹੀਂ ਹੈ। ਉਹ ਪਾਣੀ ਪਾਣੀ ਦੀ ਲਹਿਰ ਵੱਖਰੀ ਨਹੀਂ ਹੈ ਇੱਕ ਦੂਜੇ ਤੋਂ। ਭਾਵੇਂ ਲਹਿਰ ਦਾ ਆਕਾਰ ਕਿਸ ਵੀ ਰੂਪ ਦਾ ਹੋ ਜਾਏ, ਉਹ ਪਾਣੀ ਤੋਂ ਵੱਖਰਾ ਨਹੀਂ ਹੈ। ਭਗਤ ਜੀ ਕਹਿੰਦੇ ਇਸੇ ਤਰ੍ਹਾਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਪਰਮਾਤਮਾ ਦਾ ਸਬੂਤ ਅਸੀਂ ਨਹੀਂ ਬਣੇ, ਕੋਈ ਵੀ ਨਹੀਂ ਬਣੇਗਾ। ਉਹਦਾ ਉਦਾਹਰਣ ਸਾਡੇ ਤੋਂ ਵੱਡਾ ਸੋਹਣਾ ਦੁਨੀਆ 'ਚ ਹੋਰ ਕਿਤੇ ਨਹੀਂ ਮਿਲਣਾ। ਸੋ ਇਕੱਲੇ ਕਹਿਣ ਦੇ ਨਾਲ ਨਹੀਂ ਗੱਲ ਬਣਨੀ। ਪਰਮਾਤਮਾ ਹੈ, ਕਿੱਥੇ ਹੈ? ਸਾਡੇ ਦਿਲ 'ਚ ਹੈ ਜੀ। ਫਿਰ ਪ੍ਰਗਟ ਕਿਉਂ ਨਹੀਂ ਹੋਇਆ? ਮਹਿਸੂਸ ਕਿਉਂ ਨਹੀਂ ਕੀਤਾ? ਘਰ ਦੇ ਜੀ ਚਿੜੀਆਂ ਵਰਗੂ ਲੜੀ ਜਾ ਰਹੇ ਆ। ਫਿਰ ਇੱਕ ਦੂਜੇ ਨਾਲ ਈਰਖਾ ਕਿਉਂ ਹੈ? ਵੈਰ ਕਿਉਂ ਹੈ? ਵਿਰੋਧ ਕਿਉਂ ਹੈ? ਠੱਗੀ ਕਿਉਂ ਹੈ? ਅਸਲ ਕਹਿ ਰਹੇ ਹਾਂ, ਮਾਣਿਆ ਨਹੀਂ ਹੈ, ਮਹਿਸੂਸ ਨਹੀਂ ਕੀਤਾ। ਤੋ ਸਤਿਗੁਰ ਆਖਦੇ ਨੇ ਜਿੱਦਣ ਮਹਿਸੂਸ ਹੋ ਗਿਆ ਧਰਤੀ 'ਚ ਪਾਣੀ ਹੈ ਜ਼ਰੂਰ, ਕਹਿਣ ਨਾਲ ਪਿਆਸ ਨਹੀਂ ਮਿਟਦੀ ਜਿੰਨਾ ਚਿਰ ਤੱਕ ਪਾਣੀ ਪ੍ਰਗਟ ਨਾ ਕੀਤਾ ਜਾਏ, ਪੀਤਾ ਨਾ ਜਾਏ। ਇੱਕ ਕਿਸੇ ਪੋਥੀ 'ਚ ਗਿਆਨ ਹੈ ਜ਼ਰੂਰ, ਕਹਿਣ ਨਾਲ ਗੱਲ ਨਹੀਂ ਮਿਟਦੀ ਜਿੰਨਾ ਚਿਰ ਤੱਕ ਉਹਨੂੰ ਪੜ੍ਹ ਕੇ ਸਮਝ ਕੇ ਮਾਣਿਆ ਨਾ ਜਾਏ। ਤੋ ਗੁਰੂਦੇਵ ਨੇ ਜੀਵਨ ਦਾ ਤੱਤ ਸਾਰ ਸਾਡੇ ਸਾਹਮਣੇ ਰੱਖਿਆ ਹੈ। ਫਲ ਗੁਣ
ਆਨੰਦ ਉਪਾਰਜਣ। ਜਦੋਂ ਵਾਹਿਗੁਰੂ ਦੇ ਗੁਣ ਜੀਵਨ ਵਿੱਚੋਂ ਪ੍ਰਗਟ ਹੋਣ, ਇਹ ਗੁਣਾਂ ਦਾ ਫਲ ਹੈ ਮਿਲਾਪ। ਤੋ ਸਾਹਿਬ ਕਹਿੰਦੇ ਆਨੰਦ ਉਪਾਰਜਣਾ। ਆਨੰਦ ਇੱਕ ਅਵਸਥਾ ਹੈ, ਨਿੱਜੀ ਅਵਸਥਾ ਹੈ, ਇੰਡੀਵਿਜੂਅਲ ਹੈ। ਸੁੱਖ ਸਮੂਹਕ ਹੁੰਦੇ ਨੇ, ਸਾਂਝੇ ਹੁੰਦੇ ਨੇ। ਪਿਤਾ ਨੇ ਕੋਈ ਸਾਧਨ ਖਰੀਦਿਆ, ਮਾਤਾ ਨੇ ਖਰੀਦਿਆ, ਬੱਚੇ ਵਰਤਦੇ ਨੇ। ਸੰਸਾਰ ਦਾ ਸੁੱਖ ਸਮੂਹਕ ਹੋ ਸਕਦਾ ਹੈ, ਕਿਸੇ ਸਮਾਜ ਨੂੰ, ਕਿਸੇ ਦੇਸ਼ ਨੂੰ, ਕਿਸੇ ਵਰਗ ਨੂੰ। ਪਰ ਮੇਰੇ ਗੁਰਦੇਵ ਕਹਿੰਦੇ ਉਹਦਾ ਮਿਲਾਪ ਬਿਲਕੁਲ ਨਿੱਜੀ ਹੈ, ਨਿੱਜੀ ਹੈ। ਆਨੰਦ ਸਾਡੀ ਨਿੱਜੀ ਅਵਸਥਾ ਹੈ। ਉਹਨੂੰ ਐਕਸਪਲੇਨ ਕਰਾਂਗੇ, ਸ਼ਾਇਦ ਦੂਜਾ ਨਾ ਸਮਝੇ। ਜਿਹੜੀ ਅਵਸਥਾ ਨੂੰ, ਜਿਸ ਆਨੰਦ ਨੂੰ ਰੱਬ ਦਾ ਭਗਤ ਮਾਣਦਾ ਹੈ ਨਾ, ਉਹ ਮਾਣਦਾ ਹੈ ਜ਼ਰੂਰ। ਬਿਆਨ ਕਰਕੇ ਦੂਜੇ ਨੂੰ ਦੱਸਣਾ ਬਹੁਤ ਔਖਾ ਹੈ। ਤੋ ਆਨੰਦ ਇੱਕ ਨਿੱਜੀ ਅਵਸਥਾ ਹੈ ਜੀਵਨ ਦੀ, ਜਿੱਥੇ ਪ੍ਰਗਟ ਹੁੰਦੀ ਹੈ। ਤੋ ਸਾਹਿਬ ਕਹਿੰਦੇ ਜਿੱਥੇ ਹਰ ਸੱਜਣ ਪ੍ਰਗਟੇ ਆਏ, ਹਰੀ ਸੱਜਣ ਦਾ ਮਿਲਾਪ ਹੋ ਗਿਆ। ਦੋ ਤਰ੍ਹਾਂ ਦਾ ਪ੍ਰੇਮ ਮੰਨਿਆ ਜਾਂਦਾ ਹੈ, ਇੱਕ ਇਸ਼ਕ ਮਜ਼ਾਜੀ, ਇੱਕ ਇਸ਼ਕ ਹਕੀਕੀ। ਇਸ਼ਕ ਮਜ਼ਾਜੀ ਉਹ ਹੁੰਦਾ ਜਿਹੜਾ ਸਰੀਰ ਤੱਕ ਹੋ ਜਾਏ, ਬਸ ਥੋੜ੍ਹੇ ਸਮੇਂ ਬਾਅਦ ਉਹਦਾ ਰਸ ਘਟ ਜਾਂਦਾ ਹੈ। ਉਹਨੂੰ ਬਹੁਤਾ ਲੰਬਾ ਨਹੀਂ ਆਪਾਂ ਲਿਜਾ ਸਕਦੇ। ਇਸ਼ਕ ਹਕੀਕੀ ਹੁੰਦਾ ਹੈ, ਉਹ ਵੱਧਦਾ, ਜਿਵੇਂ ਨਦੀ ਤੁਰਦੀ ਇੱਕ ਦਿਨ ਨਦੀ ਗਵਾ ਜਾਂਦੀ ਹੈ, ਉਹ ਸਮੁੰਦਰ ਹੀ ਬਣ ਜਾਂਦੀ ਹੈ। ਗੁਰਬਾਣੀ 'ਚ ਜਿਹੜਾ ਪ੍ਰੇਮ ਹੈ ਨਾ, ਉਹ ਇਸ਼ਕ ਹਕੀਕੀ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ। ਸੋ ਸਤਿਗੁਰ ਨੇ, ਕਿਉਂਕਿ ਜਿਹੜੇ ਪਹਿਲੇ 12 ਮਾਹ ਸਨ, ਪੰਜਾਬੀ ਫੋਕ ਵਿੱਚ ਮਿਲਦੇ ਨੇ, ਸਾਡੇ ਲੋਕ ਗੀਤਾਂ 'ਚ ਮਿਲਦੇ ਨੇ, ਉਹ ਸਾਰੇ ਇਸ਼ਕ ਮਜ਼ਾਜੀ ਨਾਲ ਸੰਬੰਧਿਤ ਨੇ। ਗੁਰਬਾਣੀ ਨੇ ਜਿਹੜਾ 12 ਮਾਹ ਇਸ਼ਕ ਹਕੀਕੀ ਹੈ। ਵੇਖੋ 12 ਮਾਹ 'ਚ ਦੋ ਚੀਜ਼ਾਂ ਹੁੰਦੀਆਂ ਨੇ। ਵਿਛੋੜੇ ਤੋਂ ਸਹਿਜ ਮਿਲਾਪ ਦੀ ਗੱਲ ਕੀਤੀ ਜਾਂਦੀ ਹੈ। ਸਤਿਗੁਰਾਂ ਨੇ ਵੀ ਗੱਲ ਵਿਛੋੜੇ ਤੋਂ ਸ਼ੁਰੂ ਕੀਤੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਪਹਿਲਾ ਬੰਦ ਹੈ 12 ਮਾਹ ਦਾ। ਤੇ ਅਖੀਰ ਤੇ ਸਾਹਿਬ ਆਖਦੇ ਨੇ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਸੰਸਾਰ ਦਾ ਕੋਈ ਐਸਾ ਮਿਲਾਪ ਨਹੀਂ ਹੈ ਜਿਹੜਾ ਮਿਲਾਪ ਬਣਿਆ ਰਹੇਗਾ, ਵਿਛੜੇਗਾ ਜ਼ਰੂਰ। ਇੱਕੋ ਹੀ ਮਿਲਾਪ ਐਸਾ ਹੈ ਜਿਹੜਾ ਮਿਲ ਜਾਏ ਦੁਬਾਰਾ ਵਿਛੜਦਾ ਨਹੀਂ ਹੈ। ਫਿਰ ਸੱਜਣ ਮਿਲੇ ਨਾ ਵਿਛੜੇ, ਜੇ ਮੇਲੇ ਸਿਰਜਣਹਾਰ। ਇੱਕ ਮਿਲਾਪ ਹੈ, ਗੁਰਦੇਵ ਕਹਿੰਦੇ, ਜਿਹੜਾ ਇਸ਼ਕ ਹਕੀਕੀ ਵਾਲਾ ਹੁੰਦਾ ਹੈ, ਉੱਥੇ ਦੁਬਾਰਾ ਵਿਛੋੜਾ ਨਹੀਂ ਹੁੰਦਾ, ਉੱਥੇ ਟੁੱਟਣਾ ਨਹੀਂ ਹੁੰਦਾ। ਤੋ ਜਿੱਥੇ ਇਸ ਤਰ੍ਹਾਂ ਦਾ ਮਿਲਾਪ ਸਤਿਗੁਰ ਕਹਿੰਦੇ ਵਰਤ ਗਿਆ, ਹਰ ਸੱਜਣ ਪ੍ਰਗਟੇ ਆਏ, ਹਰੀ ਸੱਜਣ ਜੀਵਨ 'ਚ ਪ੍ਰਗਟ ਹੋਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਡਿਵੋਟੀ ਜਿਹਨੂੰ ਆਪਾਂ ਕਹਿ ਲਈਏ, ਡਿਸਾਈਪਲ ਕਹਿ ਲਈਏ। ਵੈਸੇ ਤੇ ਆਪਾਂ ਸਾਰੇ ਸ਼ਰਧਾਲੂ ਹਾਂ, ਜਿਗਿਆਸੂ ਹਾਂ, ਜਿੰਨੇ ਵੀ ਆਪਾਂ। ਇਹਦੀਆਂ ਵੀ ਕੈਟਾਗਰੀਆਂ ਹੁੰਦੀਆਂ ਨੇ। ਜਿਵੇਂ ਵਿਦਿਆਰਥੀਆਂ ਦੀਆਂ ਕੈਟਾਗਰੀਆਂ ਹੁੰਦੀਆਂ ਨੇ। ਨਰਸਰੀ 'ਚ ਪੜ੍ਹ ਰਿਹਾ ਉਹ ਵੀ ਵਿਦਿਆਰਥੀ ਹੈ, MA 'ਚ ਪੜ੍ਹ ਰਿਹਾ ਉਹ ਵੀ ਵਿਦਿਆਰਥੀ ਹੈ। ਪਰ ਮਿਆਰ ਦਾ ਫਰਕ ਹੁੰਦਾ ਹੈ, ਅਵਸਥਾ ਦਾ ਫਰਕ ਹੈ, ਵਿਦਿਆਰਥੀ ਹੈ। ਇਸੇ ਤਰ੍ਹਾਂ ਧਾਰਮਿਕ ਜਗਤ ਵਿੱਚ ਵੀ ਪਦਵੀਆਂ ਨੇ। ਸੰਤੋ ਪਦਵੀ ਜਿੱਥੇ ਪੂਰਨਤਾ ਆ ਗਈ, ਹੁਣ ਮੁਕੰਮਲ ਹੋ ਗਿਆ ਸਭ ਕੁਝ। ਜਿੱਥੇ ਇੱਕ ਮਿਕਤਾ ਹੋ ਗਈ, ਭਾਵੇਂ ਆਪਾਂ ਵੀ ਸਾਰੇ ਸ਼ਰਧਾਲੂ ਹਾਂ, ਸਿੱਖ ਹਾਂ, ਜਗਿਆਸੂ ਹਾਂ, ਸਾਧ ਸੰਗਤ ਹਾਂ, ਜੋ ਵੀ ਕਹਿ ਲਈਏ। ਪਰ ਸੰਤ ਇੱਕ ਉਹ ਅਵਸਥਾ ਜਿਸ, ਕਿਉਂਕਿ ਸੰਤ ਸਰੀਰ ਦੀ ਅਵਸਥਾ ਨਹੀਂ ਹੈ। ਸਰੀਰਾਂ ਦੇ ਲਿਬਾਸ ਤੋਂ ਜੇ ਆਪਾਂ ਸੰਤ ਪਛਾਣਾਂਗੇ, ਭੁਲੇਖੇ 'ਚ ਪੈ ਜਾਵਾਂਗੇ। ਫਿਰ ਤੇ ਮੇਰੇ ਵਰਗਿਆਂ ਨੇ ਬਾਜ਼ਾਰ 'ਚੋਂ ਚੋਲੇ ਲਿਆਂਦੇ ਨੇ, ਪੱਗਾਂ ਲਿਆਂਦੀਆਂ ਨੇ, ਗੋਲ ਬੱਧੀਆਂ ਨੇ, ਨੀਲੀਆਂ ਬੱਧੀਆਂ ਨੇ, ਮਾਲਾ ਪਾ ਲਈ,
ਗੁਰਬਾਣੀ ਜਿੱਥੇ ਸੰਤ ਦੀ ਗੱਲ ਕਰਦੀ ਹੈ ਉਹਦੇ ਕੋਲ ਗੁਣ ਹੈ, ਸੰਤ ਜੀਵਨ ਕਰਕੇ ਬਣਦਾ ਕੋਈ। ਵਿਣ ਗੁਣ ਕੀਤੇ ਭਗਤ ਨਾ ਹੋਏ, ਜੇ ਗੁਣ ਨਹੀਂ ਹੈ ਭਗਤੀ ਵੀ ਕਿੱਥੇ ਹੈ, ਜੇ ਭਗਤੀ ਨਹੀਂ ਹੈ ਭਗਤ ਵੀ ਕਿੱਥੇ ਹੋਏਗਾ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲੋਣਾ ਜਾਣਾ। ਹੋ ਸਕਦਾ ਹੈ ਸੰਤ ਕੋਈ ਦਿਹਾੜੀ ਵੀ ਕਰਦਾ ਹੋਏ, ਹੋ ਸਕਦਾ ਹੈ ਸੰਤ ਕੋਈ ਬਿਜ਼ਨਸ ਵੀ ਕਰਦਾ ਹੋਏ, ਇਹ ਕੋਈ ਜ਼ਰੂਰੀ ਨਹੀਂ ਹੈ ਮਸਲਾ। ਜੇ ਇਕੱਲਾ ਆਪਾਂ ਇਸ ਨੂੰ ਭੇਖ ਨਾਲ ਜੋੜਾਂਗੇ ਫਿਰ ਸੰਤ ਦੀ ਪਹਿਚਾਣ ਨਹੀਂ ਸਾਨੂੰ। ਉਹ ਤੇ ਇਤਿਹਾਸ ਦੱਸਦਾ ਹੈ ਗੁਰੂ ਨਾਨਕ ਦੀ ਪਛਾਣ ਨਹੀਂ ਸੀ ਹੋਈ ਭਾਈ ਲਹਿਣੇ ਨੂੰ। ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਨੂੰ ਮਿਲਣ ਗਏ ਨੇ, ਪਤਾ ਨਹੀਂ ਸੀ, ਵਿਸ਼ਵਾਸ ਨਹੀਂ ਹੋਇਆ ਵੀ ਲੱਤਾਂ ਲਿਬੜੀਆਂ ਨੇ, ਖੇਤ ਵਿੱਚ ਕੰਮ ਕਰ ਰਹੇ ਨੇ, ਮੋਢੇ ਤੇ ਕਹੀ ਰੱਖੀ ਹੋਈ ਹੈ, ਇਹ ਗੁਰੂ ਨਾਨਕ ਹੋਣਗੇ। ਭਾਈ ਲਹਿਣਾ ਜੀ ਨੇ ਤੇ ਸੋਚਿਆ ਸੀ ਜਿਵੇਂ ਅਸੀਂ ਸ਼ੋਭਾ ਸਿੰਘ ਵਾਲੀਆਂ ਫੋਟੋਆਂ 'ਚ ਸੋਚਿਆ ਵੀ ਇੱਕ ਅੱਧੀ ਮਾਲਾ ਸਿਰ 'ਚ ਪਾਤੀ, ਇੱਕ ਲਾਗੇ ਕਮੰਡਲ 'ਚ ਪਾਤੀ, ਇੱਕ ਅੱਧੀ ਗੁਰੂ ਨਾਨਕ ਦੀ ਉਂਗਲ ਨਾਲ ਲਟਕਾਤੀ। ਇਹ ਤੇ ਕਿਸੇ ਵੇਲੜ ਦੀ ਬਣਾਈ ਤਸਵੀਰ ਹੈ। ਗੁਰੂ ਨਾਨਕ ਵੇਲੜ ਥੋੜਾ ਸੀ। ਜਿਸ ਗੁਰੂ ਨਾਨਕ ਸਾਹਿਬ ਨੇ 60,000 ਮੀਲ ਯਾਤਰਾ ਕੀਤੀ ਹੈ, ਜਿਸ ਗੁਰੂ ਨਾਨਕ ਨੇ ਖੇਤੀ ਕੀਤੀ ਹੈ, ਜਿਸ ਗੁਰੂ ਨਾਨਕ ਨੇ ਦੁਕਾਨਦਾਰੀ ਕੀਤੀ ਹੈ, ਮੋਦੀ ਖਾਨੀ 'ਚ ਰਹੇ ਨੇ, ਵਪਾਰ ਕੀਤਾ ਹੈ, 4 ਦਿਸ਼ਾਵਾਂ ਦਾ ਭਰਮਣ ਕੀਤਾ, ਕਿੱਥੇ ਸ਼੍ਰੀਲੰਕਾ ਹੈ, ਕਿੱਥੇ ਪੰਜਾਬ ਹੈ, ਉਹਨਾਂ ਸਮਿਆਂ 'ਚ ਕਿਹੜੇ ਸਾਧਨ ਸਨ, ਕਿੱਥੇ ਅਸਾਮ ਹੈ, ਕਿੱਥੇ ਹਿਮਾਲਿਆ ਪਰਬਤ ਹੈ। ਕੀ ਗੁਰੂ ਨਾਨਕ ਇਸ ਤਰ੍ਹਾਂ ਦੇ ਹੋਣਗੇ ਜਿੱਦਾਂ ਦੇ ਸਾਨੂੰ ਤਸਵੀਰਾਂ 'ਚ ਦਿਖਾਏ ਗਏ ਨੇ? ਨਹੀਂ, ਇਹ ਸਾਡੀ ਕਲਪਨਾ ਹੈ ਗੁਰੂ ਪ੍ਰਤੀ। ਤੇ ਗੁਰੂ ਕਲਪਨਾ ਦਾ ਬੱਝਾ ਨਹੀਂ ਹੈ, ਸੰਤ ਕਲਪਨਾ ਦਾ ਬੱਝਾ ਨਹੀਂ ਹੈ। ਭਾਈ ਲਹਿਣੇ ਕੋਲੋਂ ਗੁਰੂ ਨਾਨਕ ਪਛਾਣੇ ਨਹੀਂ ਸੀ ਗਏ। ਸੰਸਾਰੀ ਕੱਪੜੇ ਪਾਏ, ਖੇਤਾਂ 'ਚ ਕੰਮ ਕਰ ਰਹੇ, ਪਰ ਉਹ ਗੁਰੂ ਨਾਨਕ ਹੀ ਸੀ। ਇਸ ਵਾਸਤੇ ਸਾਡੇ ਕੋਲੋਂ ਬਹੁਤ ਵਾਰ ਸੰਤ ਪਛਾਣੇ ਨਹੀਂ ਜਾਂਦੇ। ਜਿਹੜੇ ਸੰਤ ਹੈ ਉਹ ਸੰਤ ਹੈ ਨਹੀਂ, ਜੋ ਹੈ ਸਾਡੇ ਕੋਲ ਪਛਾਣੇ ਨਹੀਂ ਗਏ। ਇਹ ਨਾ ਕਹੀਏ ਸੰਤ ਨਹੀਂ ਹੈ, ਇਹ ਨਾ ਕਹੀਏ ਬ੍ਰਹਮ ਗਿਆਨੀ ਨਹੀਂ ਹੈ ਕੋਈ, ਸਾਡੇ ਕੋਲ ਪਛਾਣੇ ਨਹੀਂ ਜਾਂਦੇ। ਅਸੀਂ ਤੇ ਆਪਣੇ ਆਪਣੇ ਧੜਿਆਂ ਦੇ ਬਾਬੇ ਬਣਾਏ ਨੇ, ਬਸ ਆਪਣੀ ਆਪਣੀਆਂ ਜਾਤਾਂ ਦੇ, ਫਿਰਕਾਂ ਦੇ। ਤੋ ਮੇਰੇ ਗੁਰਦੇਵ ਕਹਿੰਦੇ ਉਸ ਵਾਹਿਗੁਰੂ ਦੇ ਪ੍ਰੇਮ ਨੂੰ ਜੀਵਨ ਵਿੱਚੋਂ ਪ੍ਰਗਟ ਕਰਨ ਵਾਸਤੇ ਸਹਾਈ ਹੁੰਦੇ ਨੇ ਸੰਤ ਜਨ। ਉਹਨਾਂ ਦੇ ਗੁਣ ਪ੍ਰਭਾਵਿਤ ਕਰਦੇ ਨੇ। ਉਹਨਾਂ ਦਾ ਸਾਡੇ 'ਚ ਹੋਣਾ ਹੀ ਬੜੇ ਮਾਇਨੇ ਰੱਖਦਾ ਹੈ। ਬਾਣੀ ਨੇ ਬਚਨ ਆਖਿਆ, ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾ। ਸੰਤ ਦਾ ਹੋਣਾ ਕਿਤਨਾ ਮਹਾਨ ਗੱਲ ਹੈ, ਛੋਟੀ ਮੋਟੀ ਗੱਲ ਨਹੀਂ। ਜਿਸ ਜੀਵਨ 'ਚ ਵਿਰਾਟ ਪਰਮਾਤਮਾ ਪ੍ਰਗਟ ਹੋਇਆ ਹੋਏਗਾ, ਛੋਟੀ ਮੋਟੀ ਗੱਲ ਹੋਏਗੀ? ਉਹਦਾ ਹੋਣਾ ਕੋਈ ਆਮ ਥੋੜਾ ਹੋਏਗਾ। ਸਾਹਿਬ ਕਹਿੰਦੇ ਦੇਹੀ ਦੀ ਗੱਲ ਛੱਡੋ, ਗ੍ਰਾਮ ਦਾ ਗ੍ਰਾਮ ਪਵਿੱਤਰ ਹੋ ਜਾਏਗਾ। ਹੁਣ ਪੰਜਾਬ ਦੇ ਜਿੰਨੇ ਪਿੰਡ ਨੇ ਉਹਦੇ ਤੋਂ ਜ਼ਿਆਦਾ ਤੇ ਮੇਰੇ ਖਿਆਲ 'ਚ ਬ੍ਰਹਮ ਗਿਆਨੀ ਹੋਣਗੇ। ਪਵਿੱਤਰਤਾ ਕਿਉਂ ਨਹੀਂ ਆਈ ਫਿਰ? ਬਾਣੀ ਤੇ ਕਹਿ ਰਹੀ ਹੈ, ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਕੋ ਗ੍ਰਾਮ। ਕਿਉਂਕਿ ਕਹਿ ਸਕਦੇ ਹਾਂ ਉਹ ਕੁਆਲਿਟੀ ਨਹੀਂ ਹੈ, ਉਹ ਗੁਣ ਨਹੀਂ ਹੈ, ਕੱਲਾ ਭੇਖ ਹੋਏਗਾ, ਉਹ ਅਵਸਥਾ ਨਹੀਂ ਹੈ। ਗੁਰਦੇਵ ਕਹਿੰਦੇ ਸੰਤ ਦੇ ਪਿਆਰੇ ਦੀ ਅਵਸਥਾ ਏਡੀ ਵੱਡੀ ਹੈ। ਸੰਤ ਸਹਾਈ ਰਾਮ ਕੇ, ਉਹ ਪਰਮਾਤਮਾ ਦੇ ਮਿਲਾਪ ਦੇ ਸਹਾਈ ਹੋ ਜਾਣਗੇ। ਕਰ ਕਿਰਪਾ ਦੀਆ ਮਿਲਾਏ, ਕਿਰਪਾ ਕਰਕੇ ਮਿਲਾਪ ਬਖਸ਼ਿਸ਼ ਹੋ ਗਿਆ, ਸਹਾਈ ਹੋ ਗਏ। ਪਰਮਾਤਮਾ ਨੂੰ ਸਹਾਇਤਾ ਦੀ ਲੋੜ ਨਹੀਂ ਹੈ, ਸਾਡੇ ਸਹਾਈ ਹੋਏ ਪਰਮਾਤਮਾ ਦੇ ਨੇੜੇ ਕਰਨ ਦੇ ਸਨ। ਉਹਨਾਂ ਦੀ ਸਹਾਇਤਾ ਦੀ ਲੋੜ ਸਾਨੂੰ ਹੈ। ਤੋ ਸੰਤ ਸਹਾਈ ਰਾਮ ਕੇ, ਜਿਹਨੂੰ ਭਗਤ ਕਬੀਰ ਜੀ ਆਖਦੇ ਨੇ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕਾ, ਸੰਤ ਜਪਾਵੇ ਨਾਮ। ਇੱਥੇ ਸੰਤ ਦੇ ਅਰਥ ਨੇ ਗੁਰੂ। ਤੋ ਸਾਹਿਬ ਆਖਦੇ ਨੇ ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾ ਹੀ ਜਾਏ। ਕਿਹੜੀ ਸੇਜਾ? ਹਿਰਦੇ ਦੀ ਸੇਜ। ਕੋਈ ਵਡਭਾਗਾ ਹੁੰਦਾ ਜਿਹੜੀ ਹਿਰਦੇ ਦੀ ਸੇਜਾ ਬੜੀ ਸੁਹਾਵੀ ਹੁੰਦੀ ਹੈ। ਕੋਈ ਭਾਗਾਂ ਵਾਲਾ ਹੁੰਦਾ ਜਿਹਦੇ ਅੰਦਰ ਵੀ ਰੌਣਕਾਂ ਹੋਣਗੀਆਂ, ਆਨੰਦ ਦੀਆਂ, ਖੁਸ਼ੀਆਂ ਦੀਆਂ। ਨਹੀਂ ਤੇ ਬਾਹਰ ਤਾਂ ਹੈ ਸਾਡੇ ਕੋਲ ਬੜੇ ਸਾਧਨ ਨੇ।
ਅੰਦਰ ਦੀ ਰੌਣਕ ਨਹੀਂ ਮਿਲਦੀ। ਬਾਣੀ ਕਹਿੰਦੀ ਮਿਲਦੀ ਜ਼ਰੂਰ ਹੈ। ਇੱਕ ਸ਼ਬਦ ਆਉਂਦਾ ਹੈ ਗੁਰੂ ਅਰਜਨ ਦੇਵ ਜੀ ਦਾ, ਚਾਂਦਨਾ ਚਾਂਦਨ ਆਂਗਣ ਪ੍ਰਭ ਜੀਓ ਅੰਤਰ ਚਾਂਦਨਾ। ਉਹ ਸ਼ਬਦ ਹੈ, ਆਂਗਣ ਕਹਿੰਦੇ ਨੇ ਵਿਹੜੇ। ਬਾਹਰ ਦੇ ਵਿਹੜਿਆਂ 'ਚ ਘਰਾਂ 'ਚ ਵੇਖਿਓ ਲੜੀਆਂ ਆਮ ਮਿਲ ਜਾਂਦੀਆਂ ਨੇ ਲੱਗੀਆਂ। ਮੇਰੇ ਸਾਹਿਬ ਕਹਿੰਦੇ ਆਮ ਮਿਲ ਜਾਣਗੀਆਂ। ਬਾਹਰ ਦੇ ਵਿਹੜਿਆਂ ਘਰਾਂ ਦੇ ਬਨੇਰਿਆਂ 'ਚ ਚਾਨਣ ਮਿਲ ਜਾਣਗੇ, ਪਰ ਕਦੇ ਕਦੇ ਕੋਈ ਹਿਰਦੇ ਦੇ ਆਂਗਣ ਦੇ ਵਿੱਚ ਚਾਂਦਨ ਹੋ ਜਾਂਦਾ ਹੈ। ਹਿਰਦੇ ਦੇ ਵਿਹੜੇ 'ਚ ਬਹਾਰ ਆ ਜਾਂਦੀ ਹੈ ਕਦੇ ਕਦੇ। ਉਹੀ ਬਸੰਤ ਹੈ ਫਿਰ ਰੱਬ ਦੇ ਪਿਆਰੇ ਵਾਸਤੇ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ ਦਿਸਾਪੁਰੀ ਸੇ ਅਹਨਸ ਫਿਰੈ ਜਲੰਤ। ਉਦਾਤ ਵਰਤੀ ਹੈ ਜੀਵਨ ਦੇ ਅੰਦਰ। ਤੋ ਸਾਹਿਬ ਕਹਿੰਦੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ। ਜਾਏ ਦਾ ਅਰਥ ਹੈ ਥਾਂ, ਟਿਕਾਣਾ। ਕੋਈ ਚੀਜ਼ ਟਿਕਦੀ ਉੱਥੇ ਜਿੱਥੇ ਉਹਨੂੰ ਟਿਕਾਣਾ ਮਿਲਦਾ ਹੋਵੇ। ਜਿਹਨੂੰ ਟਿਕਾਣਾ ਹੀ ਨਾ ਮਿਲੇ, ਕਿਸੇ ਨੂੰ ਰੱਖਣ ਜੋਗਾ ਥਾਂ ਹੀ ਨਾ ਹੋਏ, ਚੀਜ਼ ਕਿੱਦਾਂ ਰੱਖ ਸਕਦੇ ਹਾਂ। ਰੱਬ ਦੇ ਪਿਆਰਿਆਂ ਦੇ ਅੰਦਰ ਦੁੱਖਾਂ ਨੂੰ ਟਿਕਾਣਾ ਹੀ ਨਹੀਂ ਕੋਈ ਮਿਲਿਆ। ਉੱਥੇ ਤੇ ਉਹ ਬੈਠਾ ਹੋਇਆ ਸੀ, ਤੇ ਸਾਡੇ ਤੇ ਬੜਾ ਖੁੱਲ੍ਹਾ ਵਿਹੜਾ ਹੈ ਦੁੱਖਾਂ ਵਾਸਤੇ। ਬੜੇ ਕਾਰਨ ਅਸੀਂ ਪੈਦਾ ਕੀਤੇ ਨੇ। ਦੁੱਖ ਵੀ ਹੈ, ਦੁੱਖਾਂ ਦੇ ਕਾਰਨ ਵੀ ਸਾਡੇ ਕੋਲ। ਤਾਂ ਕਰਕੇ ਪੁਰਾਣਾ ਦੁੱਖ ਮਿਟਦਾ ਹੈ, ਨਵਾਂ ਆ ਕੇ ਇੱਕਦਮ ਥਾਂ ਮੱਲ ਲੈਂਦਾ ਹੈ। ਦੁੱਖ ਵੀ ਨੇ, ਦੁੱਖਾਂ ਦੇ ਸਾਡੇ ਕੋਲ ਕਾਰਨ ਵੀ ਨੇ। ਚੱਲਦਾ ਰਹਿਣਾ ਸਿਲਸਿਲਾ ਇਸੇ ਤਰ੍ਹਾਂ। ਫਿਰ ਆਪਾਂ ਮੜੀਆਂ 'ਤੇ ਲਿਖਾਵਾਂਗੇ RIP, ਰੈਸਟ ਇਨ ਪੀਸ। ਉਹ ਲਿਖਾਏ ਨਾ ਲਿਖਾਏ ਦਾ ਕੋਈ ਫਾਇਦਾ ਹੋਣ ਵਾਲਾ ਥੋੜ੍ਹਾ ਹੈ। ਬਾਣੀ ਤੇ ਕਹਿੰਦੀ ਲਿਵ ਇਨ ਪੀਸ, ਜੀਂਦਿਆਂ ਹੀ ਸਾਡੇ ਕੋਲ ਪੀਸ ਹੋਏ ਨਾ। ਉਹ ਤੇ ਲਿਖਾ ਹੀ ਦਿੰਦੇ ਨੇ, ਮਜਬੂਰੀ 'ਚ ਪਰਿਵਾਰ ਵਾਲੇ ਕੀ ਕਰਨ। ਸੋ ਦੁੱਖਾਂ ਨਾ ਹੀ ਜਾਏ। ਰੱਬ ਦੇ ਪਿਆਰਿਆਂ ਦੇ ਅੰਦਰ ਥਾਂ ਹੀ ਨਹੀਂ ਸੀ ਜਿੱਥੇ ਦੁੱਖ ਟਿਕਦੇ, ਜਿੱਥੇ ਹੰਕਾਰ ਟਿਕਦਾ, ਜਿੱਥੇ ਵਿਕਾਰ ਟਿਕਦੇ। ਉਹਨਾਂ ਨੇ ਤਵੱਜੋ ਨਹੀਂ ਦਿੱਤੀ। ਉਹਨਾਂ ਦਾ ਥਾਂ ਹੀ ਅੰਦਰੋਂ ਜੀਵਨ 'ਚ ਰਹਿਣ ਨਹੀਂ ਦਿੱਤਾ। ਤੋ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ। ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ। ਇਛ ਪੁੰਨੀ, ਇੱਛਾ ਪੁੰਨੀ ਪੂਰੀ ਹੋ ਗਈ। ਵਡ ਭਾਗਣੀ ਉਸ ਜੀਵ ਰੂਪੀ ਇਸਤਰੀ ਦੀ। ਵਰ ਪਾਇਆ ਹਰ ਰਾਏ, ਜਿਸ ਨੂੰ ਪਰਮਾਤਮਾ ਪਤੀ ਰੂਪੀ ਵਰ ਮਿਲ ਗਏ। ਇਹ ਸਾਡੇ ਸਾਰਿਆਂ ਵਾਸਤੇ, ਕਿਸੇ ਹੀ ਸ਼ੀ ਦੀ ਗੱਲ ਨਹੀਂ ਇੱਥੇ। ਇਹ ਆਤਮਿਕ ਅਵਸਥਾ ਦੀ ਜਦੋਂ ਗੱਲ ਹੋਏਗੀ, ਇਸੇ ਰੂਪ ਦੀ ਹੋਏਗੀ। ਤੋ ਸਾਹਿਬ ਆਖਦੇ ਨੇ ਵਰ ਪਾਇਆ ਹਰ ਰਾਏ, ਪਰਮਾਤਮਾ ਪਤੀ ਵਰ ਮਿਲ ਗਏ। ਤੋ ਵਾਰ ਕਦੇ ਮਰਦਾ ਨਹੀਂ, ਉਹ ਵਾਰ ਕਦੇ ਸਾਥ ਨਹੀਂ ਛੱਡਦਾ। ਨਾ ਮਰੈ ਨਾ ਜਾਏ, ਉਹਦਾ ਸੁਭਾਅ ਹੈ ਇਸੇ ਤਰ੍ਹਾਂ ਦਾ। ਉਹ ਵਰ ਐਸਾ ਹੈ ਜਿਹਦੇ ਘਰ 'ਚ ਆਨੰਦ ਹੀ ਆਨੰਦ ਹੈ। ਦੁਨੀਆ 'ਚ ਕੋਈ ਐਸਾ ਘਰ ਨਹੀਂ ਹੋਏਗਾ ਜਿੱਥੇ ਘੋੜੀਆਂ 'ਤੇ ਚੜ੍ਹੀਆਂ ਹੋਣ ਪਰ ਉੱਥੇ ਵੈਣ ਨਾ ਪਏ ਹੋਣ। ਦੁਨੀਆ 'ਚ ਕੋਈ ਐਸਾ ਵਿਹੜਾ ਨਹੀਂ ਹੈ ਜਿੱਥੇ ਭੰਗੜੇ ਪਏ ਹੋਣ ਪਰ ਵੈਣ ਨਾ ਪਏ ਹੋਣ। ਦੁਨੀਆ 'ਚ ਕੋਈ ਐਸਾ ਘਰ ਨਹੀਂ ਹੈ ਜਿੱਥੇ ਕੋਈ ਰੋਗ ਨਾ ਆਇਆ ਹੋਵੇ। ਪਰ ਸਾਹਿਬ ਕਹਿੰਦੇ ਇੱਕ ਮੇਰੇ ਵਰ ਦੇ ਕੋਲੇ ਘਰ ਹੈ। ਪਰਮਾਤਮਾ ਵਰ ਵੀ ਬੜਾ ਵੱਡਾ ਹੈ, ਉਹਦਾ ਘਰ ਵੀ ਬੜਾ ਵੱਡਾ ਹੈ। ਤੇਰਾ ਘਰ ਆਨੰਦ ਵਾਧਾਈ ਤੁਧ ਘਰ। ਸੰਸਾਰ 'ਚ ਕੋਈ ਐਸਾ ਘਰ ਨਹੀਂ ਹੈ ਜਿੱਥੇ ਆਨੰਦ ਹੋਏ, ਜਿੱਥੇ ਸਦਾ ਵਾਧਾਈ ਦਾ ਅਰਥ ਹੈ ਵਾਧਾ ਹੀ ਵਾਧਾ ਹੀ, ਜਿੱਥੇ ਵਾਧਾ ਹੀ ਵਾਧਾ ਹੋਏ। ਸਾਡੇ ਤੇ ਘਾਟਾ ਹੀ ਘਾਟਾ ਹੈ। ਸਾਡੀਆਂ ਤੇ ਤਿਜੋਰੀਆਂ ਨਹੀਂ ਭਰੀਆਂ। ਸਾਡੇ ਕੋਲ ਤੇ ਰਸੋਈ ਦਾ ਸਮਾਨ ਨਹੀਂ ਕਦੇ ਪੂਰਾ ਹੋਇਆ ਅੱਜ ਤੱਕ। ਥੋੜ੍ਹੀ ਥੋੜ ਹੈ, ਘਾਟਾ ਹੀ ਘਾਟਾ ਹੈ। ਤੋ ਸਾਹਿਬ ਕਹਿੰਦੇ ਵਾਹਿਗੁਰੂ ਪਰਮਾਤਮਾ ਵਰ ਵੀ ਬੜਾ ਮਹਾਨ ਹੈ, ਉਹਦਾ ਘਰ ਦਰ ਵੀ ਬੜਾ ਮਹਾਨ ਹੈ। ਮਾਣ ਮਹਿਤਾ ਤੇਜ ਆਪਣਾ ਆਪ ਜਰ। ਕਿਤਨਾ ਮਹੱਤ ਮਾਣ ਹੈ ਮਾਲਕ ਤੇਰਾ, ਪਰ ਜ਼ਰ ਲੈਣਾ ਤੂੰ ਜ਼ਰ ਲੈਣਾ। ਨਹੀਂ ਤੇ ਲੋਕਾਂ ਕੋਲੋਂ ਛਾਪਾਂ ਛੱਲੇ ਹੀ ਨਹੀਂ ਜ਼ਰੇ ਜਾਂਦੇ। ਕੰਪੈਰੀਜ਼ਨ ਹੀ ਕਰਦੇ ਰਹੇ ਵੀ ਕੀ ਦਾਜ ਲਿਆਂਦਾ, ਕੀ ਦਿੱਤਾ, ਤੁਹਾਡੇ ਕੋਲ ਕੀ ਹੈ, ਸਾਡੇ ਕੋਲ ਕੀ ਹੈ। ਕਿੱਥੇ ਜ਼ਰਦੇ ਅਸੀਂ। ਵਾਹਿਗੁਰੂ ਤੇਰਾ ਮਹੱਤ, ਤੇਰਾ ਮਾਣ, ਤੇਰੀ ਵਡਿਆਈ ਕਿੱਡੀ ਵੱਡੀ ਹੈ, ਪਰ ਜ਼ਰਨ ਵਾਲਾ ਹੈ ਤੂੰ। ਜਰਨ ਵਾਲਾ ਹੈ। ਕਦੇ ਉਹਨੇ ਲੇਬਲ ਲਾਇਆ ਕਿਸੇ ਦੇ ਉੱਤੇ ਪਿਆ ਮੇਰਾ ਹੈ ਸਭ ਕੁਝ ਹੀ ਉਹਦਾ।
ਕਦੇ ਉਹਨੇ ਲਾਇਆ ਆਪਣਾ ਮੇੜ ਦਾ ਵੀ ਮੇਰੇ ਵੱਲੋਂ ਬਣਿਆ ਹੋਇਆ। ਤੋ ਸਤਿਗੁਰ ਕਹਿੰਦੇ ਵਾਹਿਗੁਰੂ ਤਾਂ ਕਰਕੇ ਤੂੰ ਬੜਾ ਵੱਡਾ ਵਰ ਹੈ, ਨਾ ਗੁਣਾ ਕਰਕੇ ਹੀ ਤੇਰਾ ਘਰ ਬੜਾ ਵੱਡਾ ਹੈ। ਜਿੱਥੇ ਸਾਹਿਬ ਕਹਿੰਦੇ ਮਿਲ ਸਹੀਆਂ ਮੰਗਲ ਗਾਵਹੀ, ਜਿਹੜੀ ਜਗਿਆਸੂ ਹੈ ਨਾ ਉਹ ਸਹੀਆਂ 'ਚ ਮਿਲ ਕੇ ਆਪਣੇ ਮਾਲਕ ਦੇ ਗੁਣ ਗਾਉਂਦੀਆਂ ਨੇ, ਉਹਦੇ ਗੁਣ ਗਾਉਣੇ। ਜਿਵੇਂ ਆਪਣੇ ਪਿਆਰੇ ਪ੍ਰੀਤਮ ਦੀ ਗੱਲ ਸਖੀਆਂ 'ਚ ਕਰਕੇ ਚੰਗਾ ਮਹਿਸੂਸ ਕਰਦੀ ਹੈ ਸੁਹਾਗਣ ਜੀਵ ਰੂਪੀ ਇਸਤਰੀ। ਤੋ ਮਿਲ ਸਹੀਆਂ ਕਿੱਥੇ? ਸਤ ਸੰਗਤ ਵਿੱਚ ਬੈਠ ਕੇ ਗੁਰਮੁਖਾਂ ਨਾਲ ਮਿਲ ਕੇ। ਮੰਗਲ ਦਾ ਅਰਥ ਹੁੰਦਾ ਖੁਸ਼ੀ, ਉਹਦੇ ਖੁਸ਼ੀ ਦੇ ਮਿਲਾਪ ਦੇ ਗੀਤ ਗਾਏ ਜਾਂਦੇ ਨੇ। ਕੀ ਗਾਇਆ ਜਾਂਦਾ ਹੈ? ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਕਿਹੜੇ ਗੀਤ ਅਲਾਏ ਜਾਂਦੇ ਨੇ? ਹਰ ਜੇਹਾ ਅਵਰ ਨਾ ਦਿਸਈ। ਮਾਲਕ ਤੇਰੇ ਵਰਗਾ ਕੋਈ ਨਹੀਂ, ਦਿਸਦਾ ਨਹੀਂ ਕੋਈ ਦੂਜਾ। ਸਾਡੇ ਤੇ ਬੰਦਿਆਂ ਦੇ ਗਲਾਂ 'ਚ ਰੱਬ ਦੀਆਂ ਤਖਤੀਆਂ ਪਈਆਂ ਨੇ, ਆ ਫਲਾਣਾ ਰੱਬ ਹੈ, ਆ ਫਲਾਣਾ ਰੱਬ ਹੈ, ਆ ਫਲਾਣਾ ਹੈ। ਸਾਨੂੰ ਉਸ ਵਿਰਾਟ ਸੱਚ ਦਾ ਪਤਾ ਕਦੋਂ ਲੱਗੇਗਾ? ਅਸੀਂ ਤੇ ਸਰੀਰਾਂ ਤੋਂ ਅੱਗੇ ਨਹੀਂ ਗਈ ਸਾਡੀ ਬਿਰਤੀ ਅਜੇ ਤੱਕ। ਤੋ ਜਿੰਨੇ ਇਹ ਗੁਣ ਗਾਏ ਵੀ ਮੇਰੇ ਵਰ ਵਰਗਾ ਹੋਰ ਕੋਈ ਨਹੀਂ ਹੈ, ਸ਼ਰੀਕ ਨਹੀਂ ਬਣਾਇਆ ਉਸ ਮਾਲਕ ਦਾ ਕੋਈ ਸ਼ਰੀਕ ਨਹੀਂ। ਸਾਡੇ ਤੇ ਸ਼ਰੀਕ ਹੀ ਕਈ ਨੇ, ਕਿੰਨੇ ਸ਼ਰੀਕ ਬਣਾਏ ਨੇ। ਇੱਕ ਰੱਬ ਦਾ ਤੇ ਧਿਆਨ ਆਉਂਦਾ ਨਹੀਂ, ਕਦੇ ਕੋਈ ਆ ਜਾਂਦਾ, ਕਦੇ ਕੋਈ ਆ ਜਾਂਦਾ। ਸੋ ਹਰ ਜੇਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਉਹਨੇ ਕਿਸੇ ਦੂਜੇ ਨੂੰ ਲਾਗੇ ਨਹੀਂ ਲਾਇਆ। ਸੁਹਾਗਣ ਦੀ ਨਿਸ਼ਾਨੀ ਹੈ, ਉਹਦੇ ਜੀਵਨ 'ਚ ਕੋਈ ਦੂਜਾ ਨਹੀਂ ਹੁੰਦਾ। ਭਗਤ ਦੀ ਗੁਰਮੁਖ ਦੀ ਨਿਸ਼ਾਨੀ ਹੈ, ਮਾਲਕ ਤੋਂ ਬਿਨਾ ਕੋਈ ਦੂਜਾ ਨਹੀਂ। ਸਾਹਿਬ ਆਖਦੇ ਹਲਤ ਪਲਤ ਸਵਾਰੇ, ਉਹਦਾ ਲੋਕ ਪਰਲੋਕ ਸਵਾਰਿਆ ਗਿਆ। ਹਲਤ ਪਲਤ, ਹਲਤ ਦਾ ਅਰਥ ਹੈ ਇਹ ਜਿੱਥੇ ਆਪਾਂ ਰਹਿ ਰਹੇ ਹਾਂ। ਹਲਤ ਦਾ ਅਰਥ ਹੈ ਦਿਸ ਰਿਹਾ, ਪਲਤ ਦਾ ਅਰਥ ਹੈ ਨਹੀਂ ਦਿਸਦਾ, ਪਰਲੋਕ ਨਹੀਂ ਦਿਸਦਾ। ਮਨ ਪਰਲੋਕ ਹੀ ਹੈ, ਆਤਮਾ ਪਰਲੋਕ ਦਿਸਦੀ ਕਿੱਥੇ ਹੈ? ਬਾਹਰ ਦਾ ਲੋਕ ਦਿਸਦਾ ਹੈ, ਬੰਦਾ ਬੜਾ ਰੱਜਿਆ ਪੁੱਜਿਆ, ਪਰ ਅੰਦਰ ਦਾ ਪਰਲੋਕ ਵੇਖੋ ਭੁੱਖੀ ਬੜੀ ਹੈ, ਨੀਤ ਹੀ ਨਹੀਂ ਰੱਜੀ ਬੰਦੇ ਦੀ। ਸੋ ਇੱਕ ਤੇ ਲੋਕ ਪਰਲੋਕ, ਲੋਕ ਦਾ ਅਰਥ ਹੈ ਦਿਸਦਾ ਹੈ, ਪਰਲੋਕ ਦਾ ਅਰਥ ਹੈ ਜੋ ਪਰੇ ਦਾ ਲੋਕ ਦਿਸਦਾ ਨਹੀਂ। ਇੱਕ ਬਾਹਰ ਤੇ ਇੱਕ ਅੰਦਰ। ਦੂਜਾ ਇੱਕ ਇਹ ਲੋਕ ਜਿੱਥੇ ਆਪਾਂ ਰਹਿ ਰਹੇ ਹਾਂ, ਇੱਕ ਉਹ ਪਰਲੋਕ ਜਿਹੜਾ ਸਾਨੂੰ ਅਜੇ ਦਿਖਾਈ ਨਹੀਂ ਦੇ ਰਿਹਾ, ਅਜੇ ਸਾਨੂੰ ਉਹਦੀ ਸਮਝ ਨਹੀਂ ਹੈ। ਹਾਂ, ਕਈਆਂ ਨੂੰ ਸਮਝ ਆ ਜਾਂਦੀ ਹੈ, ਜੀਵਨ ਬਦਲ ਜਾਂਦਾ ਹੈ। ਅਜੇ ਤੇ ਅਸੀਂ ਸੁਣਿਆ ਹੈ ਬਸ ਦੂਜੇ ਕੋਲ, ਅਜੇ ਤੇ ਕਹਿ ਰਹੇ ਹਾਂ ਵੀ ਬਾਪੂ ਚਲਾ ਗਿਆ ਸੱਚਖੰਡ, ਅਜੇ ਵਾਸਤਾ ਨਹੀਂ ਹੈ ਕੋਈ ਉਹਦੇ ਨਾਲ। ਜਿਹਨੂੰ ਗੁਰੂ ਨਾਨਕ ਸਾਹਿਬ ਆਖਦੇ ਨੇ ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਅਜੇ ਨਹੀਂ ਨਾ ਸਮਝ ਆਈ, ਜਾਏਗਾ ਫਿਰ ਪਤਾ ਲੱਗੇਗਾ। ਤੋ ਗੁਰਦੇਵ ਕਹਿੰਦੇ ਦੋਨੋਂ ਸਵਾਰੇ ਗਏ, ਹਲਤ ਪਲਤ ਸਵਾਰਿਓਨ, ਨਿਸ਼ਚਲ ਦਿੱਤੀਆਂ ਜਾਏ। ਨਿਸ਼ਚਲ ਅਡੋਲਤਾ, ਦਿੱਤੀਆਂ ਦੇ ਦਿੱਤੀ, ਜਾਏ ਦਾ ਅਰਥ ਹੈ ਥਾਂ। ਇੱਥੇ ਵੀ ਅਡੋਲਤਾ ਬਣੀ ਹੈ, ਉੱਥੇ ਵੀ ਅਡੋਲਤਾ, ਬਾਹਰ ਵੀ ਅਡੋਲਤਾ ਹੈ, ਅੰਦਰ ਵੀ ਅਡੋਲਤਾ ਹੈ। ਨਿਸ਼ਚਲ ਦਿੱਤੀਆਂ ਜਾਏ। ਤੇ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ ਜਿਹੜੀ ਇਹ ਅਵਸਥਾ ਹੈ ਜੀਵਨ ਦੇ ਅੰਦਰ, ਸੰਸਾਰ ਸਾਗਰ ਤੇ ਰੱਖਿਅਨ, ਉਹਨੂੰ ਸੰਸਾਰ ਦੇ ਸਾਗਰ ਵਿੱਚ ਡੁੱਬਣ ਨਹੀਂ ਦਿੰਦੀ। ਬਹੁੜ ਨਾ ਜਨਮੈ ਧਾਏ, ਉਹ ਦੁਬਾਰਾ ਭਟਕਣਾ 'ਚ, ਧਾਵਣਾ 'ਚ, ਜਨਮ 'ਚ, ਮਰਨ 'ਚ, ਕਾਲ ਵਿੱਚ ਨਹੀਂ ਪੈਂਦੇ। ਬੜੇ ਔਖੇ ਸ਼ਬਦ ਨੇ, ਕਹਿਣੇ ਬੜੇ ਸੌਖੇ ਨੇ, ਕੱਲੀ ਵਿਆਖਿਆ ਕਰਕੇ ਸਮਝ ਨਹੀਂ ਆਉਂਦੀ। ਸੱਚ ਜਾਣੇ ਆਪਾਂ ਕਹਿਤਾ ਜਨਮ ਮਰਨ ਤੋਂ ਬਚ ਜਾਂਦੇ, ਬਸ ਕਹਿਤਾ ਆਪਾਂ, ਪਰ ਕੀ ਅਵਸਥਾ ਹੈ ਉਹ ਨਿੱਜੀ, ਕੀ ਪੜਾਅ ਹੈ ਉਹ ਨਿੱਜੀ, ਉਹ ਤੇ ਬੜੀ ਅਗੰਮੀ ਗੱਲ ਹੋਏਗੀ ਨਾ ਉਸ ਆਤਮਿਕ ਮੰਡਲ ਦੇ ਦੇਸ਼ ਦੀ। ਤੋ ਸਤਿਗੁਰ ਕਹਿ ਰਹੇ ਨੇ, ਤੋ ਸਾਹਿਬ ਆਖਦੇ ਨੇ ਜਿਹਵਾ ਏਕ ਅਨੇਕ ਗੁਣ। ਮੁਸ਼ਕਲ ਹੈ, ਸਾਡੇ ਕੋਲ ਜ਼ੁਬਾਨ ਇੱਕ ਹੈ, ਪਰਮਾਤਮਾ ਦੇ ਅਨੇਕਾਂ ਗੁਣ ਹੈ, ਪਰ ਮੁਸ਼ਕਲ ਜ਼ੁਬਾਨ ਕਈ ਵਾਰ ਇੱਕ ਗੁਣ ਵੀ ਨਹੀਂ ਕਹਿੰਦੀ। ਪਰ ਮੇਰੇ ਗੁਰਦੇਵ ਕਹਿੰਦੇ ਆਖੇ ਜਾਣ ਵਾਹਿਗੁਰੂ ਕਿੰਨੇ ਕੁ ਆਖਾਂਗੇ। ਜਿਹਵਾ ਏਕ ਅਨੇਕ ਗੁਣ, ਕਈ ਗੁਣ ਨੇ।
ਤਰੇ ਨਾਨਕ ਚਰਣੀ ਪਾਏ। ਜਿਨ੍ਹਾਂ ਨੇ ਗਾਏ ਆ ਜ਼ਰੂਰ, ਗਾਉਂਦੇ ਗਾਉਂਦੇ ਤਰ ਗਏ, ਪਾਰ ਲੰਘ ਗਏ। ਜਿਨ੍ਹਾਂ ਨੇ ਜੀਵਨ 'ਚ ਦਾਤ ਪ੍ਰਾਪਤ ਕਰ ਲਈ। ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ। ਜਿਨ੍ਹਾਂ ਨੇ ਕਹਿਤਾ ਇਹ ਗੁਣ ਹੀ ਗੁਣੇ ਨੇ ਨਾ ਉਹ ਮਾਲਕ ਦੇ, ਉਹਦੀ ਵਡਿਆਈ ਕਰਨੀ ਹੈ ਕਿਸੇ ਰੂਪ ਦੇ ਅੰਦਰ। ਕਿਉਂ ਵੈਸਾ ਸੁਭਾਅ ਮੇਰਾ ਬਣ ਜਾਏ। ਕਿਉਂਕਿ ਆਪਾਂ ਪੜ੍ਹਦੇ ਹਾਂ, ਮੁਬਾਰਕ ਹੈ, ਪੜ੍ਹਨਾ ਜ਼ਰੂਰੀ ਹੈ, ਪਰ ਫੀਲ ਕਰਨਾ ਵੀ ਜ਼ਰੂਰੀ ਹੈ। ਪੜ੍ਹਦੇ ਜ਼ਿਆਦਾ ਹਾਂ, ਫੀਲ ਘੱਟ ਕਰਦੇ ਹਾਂ। ਭਾਈ ਸਾਹਿਬ ਜੀ 48 ਘੰਟੇ ਤੇ ਪਹਿਲੋਂ ਭੋਗ ਪਾ ਦਿਓ ਬਸ। ਅਸੀਂ ਤੇ ਜਿਹੜਾ ਸਤਿਗੁਰੂ ਅਸੀਮ ਹੈ, ਜਿਹਨੂੰ ਸਮੇਂ 'ਚ ਨਹੀਂ ਬੰਨ੍ਹਿਆ ਜਾ ਸਕਦਾ, ਅਸੀਂ ਤੇ ਟਾਈਮ ਟੇਬਲ ਪਹਿਲੋਂ ਹੀ ਬੰਨ੍ਹ ਕੇ ਰੱਖੇ ਹੁੰਦੇ ਨੇ, ਪ੍ਰਬੰਧਕਾਂ ਨੇ ਬਣਾਏ ਨੇ ਪਰਫੋਰਮੇ ਪੂਰਾ ਨਿਰਧਾਰ। ਜਿਹੜਾ ਗੁਰੂ ਸਮੇਂ 'ਚ ਨਹੀਂ ਹੈ, ਜਿਹੜਾ ਪਰਮਾਤਮਾ ਟਾਈਮ ਤੇ ਪਲੇਸ, ਸਮੇਂ ਸਥਾਨ ਦਾ ਗੁਰੂ ਪਰਮਾਤਮਾ ਵੱਜਾ ਨਹੀਂ ਹੈ, ਅਸੀਂ ਤੇ ਪਹਿਲੋਂ ਹੀ ਨਿਰਧਾਰਿਤ ਕੀਤੇ ਨੇ। ਇੱਥੇ ਮੱਧ ਆ ਗਿਆ ਜੀ, ਇੱਥੇ ਅੰਤ ਹੋ ਗਿਆ ਜੀ, ਮਾਫ ਕਰਨਾ। ਭੋਗ ਕਦੇ ਨਹੀਂ ਗੁਰੂ ਦਾ ਪੈਂਦਾ, ਮੈਨੂੰ ਕਹਿਣ ਦੇਣਾ। ਹਾਂ, ਪਾਠ ਦੀ ਸੰਪੂਰਨਤਾ ਆਪਾਂ ਕਹਿ ਸਕਦੇ ਹਾਂ ਵੀ ਪਾਠ ਦੀ ਸੰਪੂਰਨਤਾ, ਪਰ ਪਾਠ ਤੇ ਅਸੀਮ ਹੈ ਰੱਬ ਦਾ, ਉਹਦੀ ਇਕੱਠ ਕਥਾ ਦਾ ਕੌਣ ਅੰਤ ਪਾਲੇਗਾ? ਉਹ ਤੇ ਬੇਅੰਤ ਹੈ। ਰਾਗੀ ਸਿੰਘ ਨੂੰ ਕੀਰਤਨ ਦਾ ਮਿਲਿਆ ਸਮਾਂ ਪੂਰਾ ਹੁੰਦਾ ਹੈ, ਰੱਬ ਦੇ ਕੀਰਤਨ ਦਾ ਸਮਾਂ ਥੋੜ੍ਹਾ ਕਦੇ ਪੂਰਾ ਹੋ ਸਕਦਾ। ਇੱਕ ਕਥਾਵਾਚਕ ਨੂੰ ਕਥਾ ਦਾ ਸਮਾਂ ਮਿਲਿਆ ਪੂਰਾ ਹੋ ਸਕਦਾ ਹੈ, ਰੱਬ ਦੀ ਕਥਾ ਦਾ ਸਮਾਂ ਥੋੜ੍ਹਾ ਪੂਰਾ ਹੋ ਸਕਦਾ। ਉਹ ਤੇ ਇਕੱਠ ਹੈ, ਉਹ ਤੇ ਅਸੀਮ ਹੈ। ਉਹ ਤੇ ਜਦੋਂ ਅਸੀਂ ਨਹੀਂ, ਸੰਸਾਰ ਨਹੀਂ, ਉਹ ਕਥਾ ਤੇ ਉਦੋਂ ਵੀ ਚੱਲ ਰਹੀ ਹੈ। ਉਹਦਾ ਵਜੂਦ ਅਸੀਮ ਹੈ, ਜਿਹਨੂੰ ਸਤਿਗੁਰੂ ਨੇ ਆਖਿਆ ਬੜੇ ਰਮਜੀ ਸ਼ਬਦ ਨੇ, ਬਹੁਤ ਰਮਜੀ। ਜਿੱਥੇ ਆਪਾਂ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਸਤਿਗੁਰੂ ਨੇ ਮੂਲ ਮੰਤਰ ਦੇ ਅੱਗੇ ਬਖਸ਼ਿਸ਼ ਕਰ ਦਿੱਤੀ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਸੀਮ ਹੈ ਤੂੰ ਸਾਹਿਬ ਆਖਦੇ ਨੇ। ਮਾਲਕ ਵਾਹਿਗੁਰੂ ਤਰ ਗਏ, ਜਿਨ੍ਹਾਂ ਨੇ ਰਸਨਾ ਨੇ ਤੇਰੇ ਗੁਣ ਗਾਏ ਨੇ। ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਵੇਖੋ ਤਮਾ ਹਿਰਸ। ਗੁਰਦੇਵ ਕਹਿੰਦੇ ਫਲ ਗੁਣ ਮਹੀਨੇ ਰਾਹੀਂ ਉਸ ਨੂੰ ਸਲਾਹਿਓ ਜਿਹਨੂੰ ਤਮਾ ਨਹੀਂ ਹੈ ਕੋਈ। ਉਹਨੇ ਦਿੱਤਾ ਬਹੁਤ ਕੁਝ ਹੈ, ਪਰ ਉਹਨੂੰ ਵਡਿਆਈ ਦੀ ਤਮਾ ਹੈ ਕੋਈ? ਰੱਬ ਨੂੰ ਕੋਈ ਤਮਾ ਹੈ ਉਹਨੂੰ ਵੀ ਮੈਂ ਦਿੱਤਾ ਹੈ? ਜਿਹਦੇ ਕੋਲ ਕੋਈ ਤਮਾ ਨਹੀਂ, ਕੋਈ ਲਾਲਚ ਨਹੀਂ, ਕੋਈ